पत्थर तारे। तनासरी महला पंजवा। दीन दर्द निवार ठाकुर, राखै जन की आप। तरन तारण हर निद, दुख ना सकै व्याप। साधु संग भजो गोपाल, आन संजम किछ ना सूझै। एह जतन काट कल काल, रहाओ आद अंत दयाल पूरन। तिस बिना नहीं कोय, जन्म मरण निवार हर जप। सिमर सुआमी सोय, वेद सिमरंत कथै शास्त। भगत करै विचार, मुक्त पाइयै साध संगत। बिन सजाए अंधार, चरण कमल आधार जन का। रास पूंजी एक, ताण मान दीवान साचा। नानक की प्रभ टेक, चरण कमल आधार जन का। रास पूंजी एक, ताण मान दीवान साचा। नानक की प्रभ टेक। वाहिगुरु जी का खालसा, वाहिगुरु जी की फतेह। जुगो जुग अटल, चवर छत्र तख्त दे मालक। हाजरा हजूर साहिब श्री गुरु ग्रंथ साहिब महाराज जी दी कोटान कोटान किरपा रहमत बख्शिश है, जो ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਦਰਸ਼ਨ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ੇ ਹਨ, ਜਿਸ ਵਿੱਚ ਅੱਜ ਦੇ ਅੰਮ੍ਰਿਤਮਈ ਪਾਵਨ ਹੁਕਮਨਾਮਾ ਸਾਹਿਬ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਕ ਨੰਬਰ 675 ਭਾਵ 675 ਤੋਂ 676 ਭਾਵ 676 ਤੱਕ ਸੁਭਾਏਮਾਨ ਹਨ। ਧਨਾਸਰੀ ਰਾਗ ਹੈ ਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਰਹਾਉ ਦੀਆਂ ਪੰਕਤੀਆਂ ਤੋਂ ਆਓ ਵਿਚਾਰ ਪ੍ਰਾਰੰਭ ਕਰੀਏ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਸਾਧੂ ਸੰਗ ਭਜੋ ਗੋਪਾਲ। ਸਾਧੂ ਸੰਗ ਦਾ ਅਰਥ ਹੈ, ਇੱਥੇ ਦਾ ਇਹ ਨਹੀਂ ਕਿ ਭੰਗਵੇਂ ਕੱਪੜਿਆਂ ਵਾਲੇ ਸਾਧੂਆਂ ਦੀ ਗੱਲ ਹੈ, ਜਾਂ ਗੇਰੂਏ ਕੱਪੜੇ ਵਾਲੇ ਜਾਂ ਚਿੱਟੇ ਕੱਪੜੇ ਵਾਲੇ। ਸਾਧੂ ਦਾ ਅਰਥ ਹੈ ਉਹ ਮਨੁੱਖ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਸਾਧ ਲਿਆ ਹੈ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਗੁਣ ਪੈਦਾ ਕੀਤੇ, ਅਵਗੁਣ ਖਤਮ ਕਰ ਲਏ, ਆਪਣੇ ਜੀਵਨ ਨੂੰ ਤਰਾਸ਼ ਲਿਆ ਗੁਰੂ ਹੁਕਮਾਂ ਤੇ ਗੁਰੂ ਦੀ ਰਜ਼ਾ 'ਚ, ਗੁਰੂ ਦੇ ਭਾਣੇ ਦੇ ਵਿੱਚ। ਸਤਿਗੁਰੂ ਕਹਿੰਦੇ ਨੇ ਉਹਨਾਂ ਦੇ ਕੋਲ ਵਿਆਹ ਕਰ ਜੇ ਸੰਗਤ, ਕਿਉਂਕਿ ਇਸ ਸੰਸਾਰ ਦੇ ਵਿੱਚ ਰਹਿਣ ਵਾਸਤੇ ਮਨੁੱਖ ਨੂੰ ਸੰਗਤ ਦੀ ਬੜੀ ਲੋੜ ਹੈ। ਪਰ ਹੁਣ ਜੇ ਸੰਗਤ ਕੁਸੰਗ ਦੀ ਹੋਵੇਗੀ, ਇਹਦੇ ਜੀਵਨ ਦੇ ਵਿੱਚ ਕੁਸੰਗਪੁਣਾ ਆਵੇਗਾ, ਵਿਕਾਰ ਆਉਣਗੇ, ਵਿਚਾਰ ਮੈਲੇ ਹੋ ਜਾਣਗੇ ਤੇ ਹੌਲੀ ਹੌਲੀ ਇਹ ਅਪਰਾਧੀ ਬਣਨ ਲੱਗ ਪਵੇਗਾ।
ਕਿਉਂਕਿ ਚਿਤਵੇ ਹੋਏ ਪਾਪ ਮਨੁੱਖ ਨੂੰ ਅਪਰਾਧੀ ਬਣਾ ਦਿੰਦੇ ਹਨ। ਪਰ ਜੇ ਇਹ ਸਾਧੇ ਹੋਏ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਬਚਾ ਰੱਖਿਆ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚ ਚੰਗੇ ਨਿਰਮਲ ਵਿਚਾਰ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਜੀਵਨ ਜਿਹੜੇ ਜਿਉਂਦੇ ਹਨ, ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਤੇ ਭਾਣੇ ਵਿੱਚ ਤੁਰਦੇ ਹਨ, ਜਦੋਂ ਉਹਨਾਂ ਦੀ ਸੰਗਤ ਕਰੂਗਾ ਤੇ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਨਾਲ ਪ੍ਰੀਤ ਬਣੇਗੀ, ਆਪਣੇ ਜੀਵਨ ਨੂੰ ਸੰਭਾਲੇਗਾ ਵਿਕਾਰਾਂ ਤੋਂ। ਸਤਿਗੁਰੂ ਕਹਿੰਦੇ ਸਾਧੂ ਸੰਗ ਐਸਿਆਂ ਗੁਰਮੁਖ ਪਿਆਰਿਆਂ ਭਗਤਾਂ ਦੀ ਸੰਗਤ ਕੀਤਿਆਂ ਜਾਂ ਸੰਗ ਕਰਿਆ ਕਰ। ਤੇ ਸੰਗ ਕਰਕੇ ਕੀ ਕਰਿਆ ਕਰ? ਭਜੋ ਗੋਪਾਲ। ਗੋਪਾਲ ਜੋ ਧਰਤੀ ਦਾ ਮਾਲਕ ਹੈ, ਜੋ ਧਰਤੀ ਦਾ ਸੁਆਮੀ ਹੈ, ਧਰਤੀ ਦਾ ਰਾਜਾ ਹੈ, ਉਸ ਨਿਰੰਕਾਰ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਭਜਨ ਕਰਿਆ ਕਰ। ਭਾਵ ਉਹਨੂੰ ਆਪਣੇ ਜੀਵਨ ਦੇ ਵਿੱਚ ਵਸਾ, ਹਰ ਵਕਤ ਜੀਵਨ ਦੇ ਵਿੱਚ ਉਹਨੂੰ ਹੀ ਚੇਤੇ ਕਰ, ਕਿਉਂਕਿ ਇੱਕੋ ਇੱਕ ਵਾਹਿਗੁਰੂ ਹੀ ਹੈ, ਪਰਮਾਤਮਾ ਹੀ ਹੈ, ਈਸ਼ਵਰ ਹੀ ਹੈ ਜੋ ਤੇਰੀ ਸੁਣ ਸਕਦਾ ਹੈ। ਆਨ ਸੰਜਮ ਕਿਛ ਨਾ ਸੂਝੈ, ਇਹ ਜਤਨ ਘਾਟ ਕਲਕਾਲ। ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝਮੇਲਿਆਂ ਤੋਂ ਬਚ ਸਕਦਾ ਹੈ। ਭਾਵ ਸੰਸਾਰ ਦੇ ਝਮੇਲਿਆਂ ਦੇ ਨਾਲ ਤੈਨੂੰ ਲੜਨ ਦੀ ਤਾਕਤ ਮਿਲ ਸਕਦੀ ਹੈ। ਇਹ ਜੋ ਸੰਸਾਰ ਦੇ ਕਲੇਸ਼ ਨੇ, ਇਹ ਦੁੱਖ ਨੇ, ਇਹਨਾਂ ਦੇ ਨਾਲ ਲੜਨ ਦੀ ਤਾਕਤ ਤਾਈਓ ਤੈਨੂੰ ਮਿਲੇਗੀ ਜੇ ਤੇਰੇ ਨਾਲ ਪਰਿਪੂਰਨ ਪਰਮਾਤਮਾ ਦਾ ਗਿਆਨ ਤੇ ਸਮਝ ਤੇ ਵਿਚਾਰ ਹੋਵੇਗੀ। ਕਿਉਂਕਿ ਆਨ ਸੰਜਮ, ਕੋਈ ਹੋਰ ਜੁਗਤ, ਕੋਈ ਹੋਰ ਯਤਨ ਕਿਛ ਨਾ ਸੂਝੈ, ਕਿਤੇ ਕੰਮ ਨਹੀਂ ਆਉਂਦੀ। ਕਿਉਂਕਿ ਇੱਕੋ ਇੱਕ ਕੰਮ ਆਉਣਾ ਹੈ, ਪਰਮਾਤਮਾ ਦੀ ਬੰਦਗੀ, ਉਹਦਾ ਸਿਮਰਨ, ਉਹਦੀ ਭਗਤੀ। ਇਹ ਜਤਨ ਘਾਟ ਕਲਕਾਲ। ਹੋਰ ਕਈ ਤਰੀਕੇ ਦੀਆਂ ਜੁਗਤਾਂ, ਇਸ ਤੋਂ ਬਿਨਾਂ ਹੋਰ ਕਈ ਤਰੀਕੇ ਦੇ ਕਰਮ ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਉਹਦੇ ਘਰ ਦੇ ਵਿੱਚ ਸਿਆਣਪਾਂ ਤੇ ਚਤੁਰਾਈਆਂ ਨਹੀਂ ਚੱਲਦੀਆਂ। ਉੱਥੇ ਕੇਵਲ ਭੋਲਾਪਨ ਚੱਲਦਾ ਹੈ। ਜਿਹਦੇ ਜੀਵਨ ਦੇ ਵਿੱਚ ਸੱਚ ਕੇਵਲ ਤਾਂ ਕੇਵਲ ਸੱਚ ਟਿਕ ਜਾਵੇ, ਕਿਉਂਕਿ ਸੱਚ ਕਹਿਣ ਵਾਲਾ, ਸੱਚ ਵਿਚਾਰਨ ਵਾਲਾ, ਸੱਚ ਸੁਣਨ ਵਾਲਾ, ਸੱਚ ਬੋਲਣ ਵਾਲੇ ਦੀ ਜ਼ਿੰਦਗੀ ਸਚਿਆਰਤਾ ਦੇ ਨਾਲ ਭਰ ਜਾਣੀ ਚਾਹੀਦੀ ਹੈ। ਤੇ ਸਚਿਆਰ ਮਨੁੱਖ ਚਤੁਰਾਈਆਂ ਸਿਆਣਪਾਂ ਤੋਂ ਉੱਪਰ ਉੱਠ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਪਵਿੱਤਰਤਾ ਬਣਨ ਲੱਗ ਪੈਂਦੀ ਹੈ। ਫਿਰ ਇਹ ਸਾਹਿਬ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੀ ਬੰਦਗੀ ਤੋਂ ਬਿਨਾਂ, ਤੇਰੀ ਭਗਤੀ ਤੋਂ ਬਿਨਾਂ, ਤੇਰੇ ਚਰਨਾਂ ਵਿੱਚ ਜੁੜਨ ਤੋਂ ਬਿਨਾਂ ਹੋਰ ਕੋਈ ਵੀ ਜੁਗਤੀ ਨਹੀਂ ਜੋ ਇਸ ਸੰਸਾਰਿਕ ਝਮੇਲਿਆਂ ਤੋਂ ਉੱਪਰ ਚੁੱਕਣ ਦਾ ਯਤਨ ਕਰ ਸਕੇ। ਕੇਵਲ ਤੂੰ ਹੀ ਹੈ ਜੋ ਮੇਰੀ ਬਾਂਹ ਫੜ ਕੇ ਮੈਨੂੰ ਇਸ ਭਵਜਰ ਸਾਗਰ ਤੋਂ ਕਿਵੇਂ ਤਰਨਾ ਹੈ, ਕਿਵੇਂ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਫਰਜ਼ ਨਿਭਾਉਂਦਿਆਂ ਪਰਮਾਤਮਾ ਨਾਲ ਇੱਕਮਿਕ ਹੋਣਾ ਹੈ, ਇਹ ਤੂੰ ਹੀ ਦੱਸ ਸਕਦਾ ਹੈ, ਤੂੰ ਹੀ ਸਮਝਾ ਸਕਦਾ ਹੈ। ਰਹਾਉ, ਇਹ ਰਹਾਉ ਦਾ ਬੰਦ ਹੈ। ਤੇ ਸਤਿਗੁਰੂ ਜੀ ਪਹਿਲੇ ਬੰਦ ਵਿੱਚ ਕਿਰਪਾ ਕਰਦੇ ਹੁਣ ਅਰਦਾਸ ਹੈ, ਬੇਨਤੀ ਹੈ, ਹੇ ਵਾਹਿਗੁਰੂ ਜੀ ਤੂੰ ਹੀ ਕਿਰਪਾ ਕਰ, ਰਹਿਮਤ ਕਰ ਮੇਰੇ ਉੱਤੇ, ਬਖਸ਼ਿਸ਼ ਕਰ, ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ। ਦੀਨ ਦਾ ਅਰਥ ਹੈ ਗਰੀਬ, ਅਨਾਥ। ਨਿਵਾਰ ਦਾ ਅਰਥ ਹੈ ਦੂਰ ਕਰ ਦਿਓ। ਜਨ ਦਾ ਅਰਥ ਹੈ ਸੇਵਕ, ਭਗਤ। ਰਾਖੈ, ਲਾਜ ਰੱਖਦਾ ਹੈ। ਸਭ ਕਹਿੰਦੇ ਹੇ ਵਾਹਿਗੁਰੂ ਜੀ, ਹੇ ਭਾਈ, ਪਰਮਾਤਮਾ ਤੇ ਅਨਾਥਾਂ ਦਾ ਨਾਥ ਹੈ। ਸਭ ਤੋਂ ਪਹਿਲਾਂ ਇਹ ਗੱਲ ਜੀਵਨ ਵਿੱਚ ਆਉਣੀ ਬੜੀ ਜ਼ਰੂਰੀ ਹੈ ਕਿ ਮੇਰਾ ਕੋਈ ਨਹੀਂ। ਜਿਸ ਦਾ ਕੋਈ ਨਹੀਂ ਉਹਦਾ ਰੱਬ ਹੈ। ਜਿਹੜੇ ਆਸਰੇ ਅਸੀਂ ਸੰਸਾਰ ਦੇ ਬਣਾਏ ਹੋਏ ਨੇ, ਜਦ ਤੱਕ ਇਹਨਾਂ ਸੰਸਾਰ ਦੇ ਆਸਰਿਆਂ ਨੂੰ ਟੇਕ ਬਣਾ ਕੇ ਤੁਰਾਂਗੇ, ਜ਼ਿੰਦਗੀ 'ਚ ਸਫਲਤਾ ਨਹੀਂ ਮਿਲਣੀ, ਪਵਿੱਤਰਤਾ ਨਹੀਂ ਮਿਲਣੀ। ਪਰ ਜਿੱਦਣ ਇਹ ਆਸਰੇ ਇੱਕ ਇੱਕ ਕਰਕੇ ਟੁੱਟ ਜਾਣਗੇ, ਕਿਉਂਕਿ ਇਹ ਆਸਰੇ ਸਵਾਰਥ ਦੇ ਨੇ, ਪਰ ਪਰਮਾਤਮਾ ਦਾ ਸਹਾਰਾ ਸਵਾਰਥ ਦਾ ਨਹੀਂ ਹੈ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ ਸੀ। ਕਹਿੰਦੇ ਮੈਨੂੰ ਤੇ ਅਨਾਥ ਬਣਾ ਕੇ ਧਰਤੀ ਤੇ ਖੜਾ ਕਰ ਦਿੱਤਾ ਸੀ ਪ੍ਰਮਾਤਮਾ ਨੇ, ਪਰ ਧੰਨ ਉਹ ਨਿਰੰਕਾਰ ਪ੍ਰਭੂ ਪ੍ਰਮਾਤਮਾ ਜਿਨੇ ਮੇਰੇ ਮਸਤਕ ਤੇ ਹੱਥ ਰੱਖ ਦਿੱਤਾ, ਮੇਰੀ ਬਾਂਹ ਫੜੀ ਧੰਨ ਅਮਰਦਾਸ ਜੀ ਨੇ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵਰਗਾ ਮੈਨੂੰ ਗੁਰੂ ਮਿਲਿਆ, ਜਿਸ ਦੇ ਸ਼ਬਦ ਦੀ ਵਿਚਾਰ ਕੀਤਿਆਂ ਮੇਰੀ ਜ਼ਿੰਦਗੀ ਵਿੱਚ ਸੱਚ ਆ ਗਿਆ, ਤੇ ਮੇਰੇ ਵਰਗੇ ਅਨਾਥ ਨੂੰ ਜਿਹੜਾ ਰੁਲਦਾ ਫਿਰਦਾ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਸਤਿਗੁਰੂ ਸੰਗ ਕੀਰੇ ਹਮ ਥਾਪੇ। ਮੇਰੇ ਵਰਗੇ ਕੀੜੇ ਨੂੰ ਪਾਤਸ਼ਾਹੀ ਦੇ ਦਿੱਤੀ। ਜੇ ਇਹ ਮੇਰੇ ਵਰਗੇ ਅਨਾਥ ਤੇ ਕਿਰਪਾ ਹੋ ਸਕਦੀ ਹੈ ਤੇ ਹਰ ਇੱਕ ਤੇ ਹੋ ਸਕਦੀ ਹੈ, ਪਰ ਅਰਦਾਸ ਬੜੀ ਜ਼ਰੂਰੀ ਹੈ। ਹਿਰਦੇ ਚੋਂ ਨਿਕਲਦੀ ਹੈ ਅਰਦਾਸ, ਹੇ ਵਾਹਿਗੁਰੂ ਜੀ, ਹੇ ਭਾਈ ਦੀਨ ਦਰਦ ਨਿਵਾਰ ਠਾਕੁਰ। ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਭਗਤਾਂ ਤੇ ਸੇਵਕਾਂ ਦੀ ਸਦਾ ਲਾਜ ਤੇ ਪੈਜ ਰੱਖਦਾ ਹੈ। ਭਾਵ ਜਿਨ੍ਹਾਂ ਦਾ ਯਕੀਨ ਤੇ ਭਰੋਸਾ ਕੇਵਲ ਤਾਂ ਕੇਵਲ ਵਾਹਿਗੁਰੂ ਅਕਾਲ ਪੁਰਖ ਬਣ ਜਾਵੇ, ਫਿਰ ਉਹਨਾਂ ਦੇ ਹਰ ਇੱਕ ਕਾਰਜ ਪ੍ਰਮਾਤਮਾ ਦੀ ਰਾਸ ਕਰ ਦਿੰਦੇ ਨੇ। ਉਹਨਾਂ ਨੂੰ ਦੁਖੀਆਂ ਨੂੰ ਦੁੱਖ ਤੋਂ, ਸੰਸਾਰ ਦੇ ਇਹਨਾਂ ਅਵਗੁਣਾਂ ਤੋਂ ਉੱਪਰ ਚੁੱਕ ਦਿੰਦੇ ਨੇ, ਤੇ ਸਦਾ ਪ੍ਰਮਾਤਮਾ ਜੀ ਆਪਣੇ ਸੇਵਕ ਤੇ ਭਗਤ ਦੀ ਪੱਤ ਰੱਖਦੇ ਹਨ। ਤਰਨ ਤਾਰਨ ਹਰ ਨਿਧ ਦੁੱਖ ਨਾ ਸਕੈ ਬਿਆਪ। ਤਰਨ ਦਾ ਅਰਥ ਹੈ ਜਹਾਜ਼, ਨਿਧ ਦਾ ਅਰਥ ਹੈ ਖਜ਼ਾਨਾ। ਨਾ ਸਕੈ ਬਿਆਪ, ਪੋ ਨਹੀਂ ਸਕਦਾ। ਜਿਸ ਮਨੁੱਖ ਦੇ ਉੱਪਰ ਪਰਿਪੂਰਨ ਪ੍ਰਮਾਤਮਾ ਦੀ ਰਹਿਮਤ ਬਣ ਜਾਵੇ, ਭਾਵ ਜੋ ਪ੍ਰਮਾਤਮਾ ਦੇ ਨਾਲ ਜੁੜ ਜਾਵੇ, ਜੋ ਆਪਣੇ ਜੀਵਨ ਤੇ ਸਵਾਸਾਂ ਦੀ ਜ਼ਿੰਦਗੀ ਦੀ ਸਾਰੀ ਖੇਡ ਪ੍ਰਮਾਤਮਾ ਦੇ ਚਰਨਾਂ ਵਿੱਚ ਰੱਖ ਦਵੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਤੁਰਨ ਲੱਗ ਪਵੇ, ਉਹ ਪ੍ਰਭੂ ਫਿਰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਮਾਨੋ ਇੱਕ ਜਹਾਜ਼ ਬਣ ਜਾਂਦਾ ਹੈ। ਤੇ ਉਹ ਪਰਿਪੂਰਨ ਪ੍ਰਮਾਤਮਾ ਸਾਰੇ ਹੀ ਸੁੱਖਾਂ ਦਾ ਖਜ਼ਾਨਾ ਹੈ। ਉਸ ਦੀ ਸ਼ਰਨ ਪਿਆ ਫਿਰ ਕੋਈ ਵੀ ਦੁੱਖ ਮਨੁੱਖ ਨੂੰ ਪੋਹ ਨਹੀਂ ਸਕਦਾ, ਕਿਉਂਕਿ ਉਸ ਨੂੰ ਦੁੱਖਾਂ ਦੇ ਨਾਲ ਲੜਨ ਦੀ ਤਾਕਤ ਆ ਜਾਂਦੀ ਹੈ, ਕਿਉਂਕਿ ਉਹਨੂੰ ਸਮਝ ਪੈ ਜਾਂਦੀ ਹੈ ਸੁੱਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ, ਤੇ ਉਹ ਸਦੀਵੀ ਆਨੰਦ ਤੇ ਖੇੜੇ ਦੇ ਵਿੱਚ ਆਪਣਾ ਜੀਵਨ ਬਸਰ ਕਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਸਾਧੂ ਸੰਗ ਭਜੋ ਗੋਪਾਲ। ਹੇ ਭਾਈ, ਫਿਰ ਐਸੇ ਸਤਿਗੁਰੂ ਦੀ ਸੰਗਤ ਕਰਿਆ ਕਰ। ਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ, ਸ਼ਬਦ ਗੁਰੂ ਦੀ ਸੰਗਤ ਵਿੱਚ ਰਹਿ ਕੇ, ਪਰਿਪੂਰਨ ਪ੍ਰਮਾਤਮਾ ਦੀ ਸੰਗਤ ਵਿੱਚ ਰਹਿ ਕੇ, ਜਿਨ੍ਹਾਂ ਨੇ ਸਤਿਗੁਰੂ ਗੁਰੂ ਸ਼ਬਦ ਦੇ ਜੀਵਨ ਨੂੰ ਆਪਣੇ ਜੀਵਨ 'ਚ ਵਸਾਇਆ ਹੈ ਤੇ ਨਿਰੰਕਾਰ ਦੇ ਨਾਲ ਇਕਮਿਕਤਾ ਹਾਸਲ ਕੀਤੀ ਹੈ, ਉਹਨਾਂ ਦੇ ਨਾਲ ਬੈਠ ਕੇ ਸਦਾ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ। ਆਨ ਸੰਜਮ ਕਿਛ ਨਾ ਸੂਝੈ, ਇਹ ਯਤਨ ਘਾਟ ਕਲ ਕਾਲ। ਕਿਉਂਕਿ ਇਹਨਾਂ ਯਤਨਾਂ ਨਾਲ ਹੀ ਪ੍ਰਮਾਤਮਾ ਦੀ ਬੰਦਗੀ ਕੀਤਿਆਂ ਹੀ ਸੰਸਾਰ ਦੇ ਝਮੇਲਿਆਂ ਦੀ ਫਾਹੀ ਕੱਟੀ ਜਾ ਸਕਦੀ ਹੈ। ਤੇ ਇਸ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ, ਉਹਦੀ ਰਜ਼ਾ, ਉਹਦੇ ਭਾਣੇ ਤੋਂ ਬਿਨਾਂ ਹੋਰ ਕੋਈ ਵੀ ਜੁਗਤੀ ਨਹੀਂ ਕਿ ਜਿਹਦੇ ਨਾਲ ਇਹ ਦੁੱਖਾਂ ਦੀ ਫਾਹੀ ਕੱਟੀ ਜਾਵੇ ਤੇ ਪ੍ਰਮਾਤਮਾ ਦੇ ਨਾਲ ਇੱਕ ਮਿਕਤਾ ਹਾਸਲ ਹੋਈ ਜਾਵੇ। ਇਹ ਨਿਰੰਕਾਰ ਦੀ ਭਗਤੀ ਤੇ ਉਹਦੇ ਚਰਨਾਂ 'ਚ ਜੁੜਿਆ, ਉਹਦੇ ਹੁਕਮ ਤੇ ਰਜ਼ਾ ਨੂੰ ਮੰਨਿਆ ਹੀ ਇਹ ਚੀਜ਼ਾਂ ਪ੍ਰਾਪਤ ਹੋ ਸਕਦੀਆਂ ਹਨ। ਆਦ ਅੰਤ ਦਇਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਕਿੰਨੇ ਪਿਆਰੇ ਬਚਨ ਨੇ ਗੁਰੂ ਜੀ ਦੇ। ਆਦ ਤੋਂ ਅਰਥ ਹੈ ਸ਼ੁਰੂ ਤੋਂ, ਅੰਤ ਦਾ ਅਰਥ ਹੈ ਅਖੀਰ ਦੇ ਵਿੱਚ, ਐਂਡ ਪੁਆਇੰਟ। ਦਇਆਲ ਦਾ ਅਰਥ ਹੈ ਦਇਆਲੂ। ਪੂਰਨ ਦਾ ਅਰਥ ਹੈ ਜੋ ਸਭ ਵੰਨੇ ਪੂਰਾ ਹੈ, ਜਿਹਦੇ ਵਿੱਚ ਕੋਈ ਅਧੂਰਾਪਨ ਨਹੀਂ। ਤਿਸ ਬਿਨਾ ਨਹੀਂ ਕੋਈ, ਇਹਦੇ ਬਿਨਾ ਹੋਰ ਫਿਰ ਕੋਈ ਨਹੀਂ। ਹੇ ਭਾਈ, ਜਿਹੜਾ ਪ੍ਰਮਾਤਮਾ ਦਇਆ ਦਾ ਘਰ ਹੈ, ਸਰਬ ਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਉੱਤੇ ਰਾਖਾ ਬਣ ਕੇ ਰਹਿੰਦਾ ਹੈ, ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਵੀ ਨਹੀਂ ਜੋ ਜਗਤ ਦਾ ਸਹਾਰਾ ਬਣ ਸਕੇ। ਜਨਮ ਮਰਨ ਨਿਵਾਰ ਹਰ ਜਪ,
ਸਿਮਰ ਸੁਆਮੀ ਸੋਏ। ਨਿਵਾਰ ਦਾ ਅਰਥ ਹੈ ਦੂਰ ਕਰ ਲੈ। ਜਨਮ ਮਰਨ, ਜਿਹੜਾ ਅਸੀਂ ਸਵਾਸਾਂ ਦੇ ਜਨਮ ਮਰਨ ਦੇ ਗੇੜ ਵਿੱਚ ਪਏ ਹਾਂ, ਉਸੇ ਮਾਲਕ ਦਾ ਨਾਮ, ਪਰਮਾਤਮਾ ਦਾ ਨਾਮ ਦਾ ਅਰਥ ਹੈ ਉਹਦਾ ਹੁਕਮ। ਉਹਦਾ ਹੁਕਮ ਸਦਾ ਸਿਮਰਿਆ ਕਰ, ਉਹਦੇ ਹੁਕਮ ਨੂੰ ਯਾਦ ਰੱਖਿਆ ਕਰ, ਉਹਦੇ ਹੁਕਮ ਤੇ ਉਹਦੀ ਰਜ਼ਾ ਵਿੱਚ ਰਿਹਾ ਕਰ, ਕਿਉਂਕਿ ਪਰਮਾਤਮਾ ਦਾ ਹੁਕਮ ਹੀ, ਉਹਦੇ ਨਾਮ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਹੀ, ਉਹਦੇ ਹੁਕਮ ਦੇ ਵਿੱਚ ਟਿਕ ਕੇ ਹੀ ਇਹ ਵਿਕਾਰਾਂ ਦਾ ਜਨਮ ਮਰਨ ਦਾ ਗੇੜ ਸਵਾਸਾਂ ਦਾ ਦੂਰ ਹੋ ਸਕਦਾ ਹੈ ਤੇ ਜੀਵਨ ਪਵਿੱਤਰਤਾ ਦੀ ਰਾਹ ਤੇ ਤੁਰ ਸਕਦਾ ਹੈ। ਵੇਦ ਸਿਮਰੰਤ ਕਥੈ ਸਾਸਤ ਭਗਤ ਕਰੈ ਵਿਚਾਰ। ਹੇ ਭਾਈ, ਸਭ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ, ਭਾਵੇਂ ਉਹ ਵੇਦ ਨੇ ਭਾਵੇਂ ਉਹ ਸਿਮਰਤੀਆਂ ਨੇ, ਹਰੇਕ ਧਾਰਮਿਕ ਪੁਸਤਕ ਜਿਸ ਵਿੱਚ ਪਰਿਪੂਰਨ ਪਰਮਾਤਮਾ ਦਾ ਜ਼ਿਕਰ ਹੈ, ਭਗਤ ਜਨ ਵੀ ਜਿਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ, ਧਾਰਮਿਕ ਪੁਸਤਕਾਂ ਦੇ ਵਿੱਚ ਵੀ ਨਿਰੰਕਾਰ ਦੇ ਗੁਣ ਹੀ ਬਿਆਨ ਕੀਤੇ ਹਨ। ਤੇ ਭਗਤ ਜਨ ਜਿਹੜੇ ਨੇ, ਜਿਹੜੇ ਉਹਨਾਂ ਧਾਰਮਿਕ ਪੁਸਤਕਾਂ ਨੂੰ ਲਿਖਣ ਵਾਲੇ ਨੇ, ਪੜ੍ਹਨ ਵਾਲੇ ਨੇ, ਵਿਚਾਰਨ ਵਾਲੇ ਨੇ, ਉਹਨਾਂ ਦੇ ਜੀਵਨ ਦੇ ਵਿੱਚ ਵੀ ਸਦਾ ਪਰਿਪੂਰਨ ਪਰਮਾਤਮਾ ਦੀ ਭਗਤੀ ਦੀ ਹੀ ਵਿਚਾਰ ਚੱਲਦੀ ਹੈ। ਕਿਵੇਂ ਜੀਵਨ ਨੂੰ ਸੱਚ ਦੇ ਰਾਹ ਤੇ ਤੋਰਿਆ ਜਾਵੇ, ਵਿਕਾਰਾਂ ਤੋਂ ਬਚਾਇਆ ਜਾਵੇ, ਇਹ ਸ਼ਬਦ ਗੁਰੂ ਤੋਂ ਹੀ ਇਹ ਸਮਝ, ਇਹ ਵਿਚਾਰ ਮਿਲਦੀ ਹੈ। ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ। ਫਿਰ ਐਸਿਆਂ ਭਗਤਾਂ ਗੁਰਮੁਖ ਪਿਆਰਿਆਂ ਦੀ ਸਤ ਸੰਗਤ ਦੇ ਵਿੱਚ ਹੀ, ਉਹਨਾਂ ਦੇ ਕੋਲ ਬੈਠਿਆਂ ਹੀ ਪਰਿਪੂਰਨ ਪਰਮਾਤਮਾ ਦੀ ਸਮਝ ਪੈਂਦੀ ਹੈ ਤੇ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ ਤੇ ਜੀਵਨ ਵਿੱਚ ਗਿਆਨ ਆ ਜਾਂਦਾ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦਿਆਂ ਟੂਟ ਨਾ ਆਵੇ ਅਗੰਤ ਪਰੇ ਭੰਡਾਰ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਐਸਿਆਂ ਪਿਆਰਿਆਂ ਭਗਤਾਂ ਦਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਹੁਕਮ ਪਰਮਾਤਮਾ ਦਾ ਵਸਾਇਆ ਹੈ, ਉਹਨਾਂ ਵਾਸਤੇ ਪਰਮਾਤਮਾ ਦੇ ਸੋਹਣੇ ਚਰਨ, ਭਾਵ ਪਰਮਾਤਮਾ ਦੇ ਸੋਹਣੇ ਗੁਣ। ਪਰਮਾਤਮਾ ਦੇ ਚਰਨ ਕੀ ਨੇ? ਉਹਦੇ ਗੁਣ। ਉਹ ਦਿਆਲੂ, ਕਿਰਪਾਲੂ ਹੈ, ਬਖਸ਼ਿਸ਼ਾਂ ਕਰਨ ਵਾਲਾ ਹੈ, ਰਹਿਮਤਾਂ ਕਰਨ ਵਾਲਾ ਹੈ। ਉਹਦੇ ਗੁਣਾਂ ਦੇ ਉੱਪਰ ਪਰਮਾਤਮਾ ਦੀ ਹੋਂਦ ਬਸੀ ਹੈ। ਬਲਿਹਾਰੀ ਕੁਦਰਤ ਵਸਿਆ, ਕੁਦਰਤ ਹੀ ਪਰਮਾਤਮਾ ਦੇ ਚਰਨ ਨੇ, ਉਹਦੇ ਗੁਣ ਹੀ ਪਰਮਾਤਮਾ ਦੇ ਚਰਨ ਨੇ। ਤੇ ਭਗਤ ਜਨ ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਟਿਕਾਉਂਦੇ ਹਨ ਤੇ ਰੱਬ ਵਰਗੇ ਬਣਨ ਦਾ ਯਤਨ ਕਰਦੇ ਹਨ ਤੇ ਆਤਮਿਕ ਜੀਵਨ ਦਾ ਹੀ ਰਾਸ ਪੂੰਜੀ ਏਕ। ਪਰਮਾਤਮਾ ਦੇ ਗੁਣ ਹੀ ਐਸਿਆਂ ਗੁਰਮੁਖ ਪਿਆਰਿਆਂ ਭਗਤਾਂ ਦੇ ਜੀਵਨ ਦਾ ਸਰਮਾਇਆ ਬਣ ਜਾਂਦਾ ਹੈ, ਭਾਵ ਆਤਮਿਕ ਜੀਵਨ ਦਾ ਆਧਾਰ ਬਣ ਜਾਂਦਾ ਹੈ। ਉਹ ਆਤਮਾ ਤੋਂ ਉੱਚੇ ਹੋ ਜਾਂਦੇ ਨੇ ਤੇ ਜਿਹਦੀ ਆਤਮਾ ਉੱਚੀ ਹੋ ਗਈ, ਜੋ ਆਪਣੇ ਜ਼ਮੀਰ ਤੋਂ ਉੱਚਾ ਹੋ ਗਿਆ, ਜਿਹਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਸ਼ੁਰੂ ਕਰ ਲਈ, ਉਹ ਮਨੁੱਖ ਫਿਰ ਕਦੀ ਵੀ ਨਹੀਂ ਮਰ ਸਕਦਾ। ਉਹ ਅਮਰ ਰਹਿੰਦਾ ਹੈ, ਉਹ ਕਦੀ ਖੁਆਰ ਨਹੀਂ ਹੁੰਦਾ, ਕਿਉਂਕਿ ਉਹਦੇ ਅੰਦਰ, ਭਗਤਾਂ ਦੇ ਅੰਦਰ ਨਿਰੰਕਾਰ ਪ੍ਰਭੂ ਪਰਮਾਤਮਾ ਦੇ ਗੁਣ ਫਿਰ ਸਦੀਵੀ ਵਸ ਜਾਂਦੇ ਹਨ। ਆਖਰੀਆਂ ਪੰਕਤੀਆਂ। ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਹੇ ਨਾਨਕ ਜੀ, ਪਰਮਾਤਮਾ ਦੀ ਓਟ ਹੀ ਫਿਰ ਪਰਿਪੂਰਨ ਪਰਮਾਤਮਾ ਦੇ ਭਗਤਾਂ ਦੀ ਸ਼ਕਤੀ ਬਣ ਜਾਂਦਾ ਹੈ। ਪਰਮਾਤਮਾ ਦਾ ਆਸਰਾ ਹੀ ਫਿਰ ਉਹਨਾਂ ਭਗਤਾਂ ਦਾ ਬਲ ਬਣ ਜਾਂਦਾ ਹੈ, ਸਹਾਰਾ ਬਣ ਜਾਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ, ਸਦੀਵੀ ਟਿਕਣ ਵਾਲਾ ਸਹਾਰਾ ਹੈ। ਕਿਉਂਕਿ ਜਿਹਦੇ ਵੱਲ ਰੱਬ ਹੋ ਗਿਆ ਨਾ, ਉਸ ਮਨੁੱਖ ਦੀ ਕਦੀ ਵੀ ਫਿਰ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਇਸ ਕਰਕੇ ਭਰੋਸਾ, ਵਿਸ਼ਵਾਸ ਤੇ ਆਪਣਾ ਜੀਵਨ, ਇਹ ਸਾਰਾ ਪਰਿਪੂਰਨ ਪਰਮਾਤਮਾ ਨੂੰ ਸਮਰਪਣ ਕਰਨਾ ਚਾਹੀਦਾ ਹੈ। ਉਹਦੀ ਰਜ਼ਾ ਤੇ ਉਹਦੇ ਭਾਣੇ ਦੇ ਵਿੱਚ ਹੀ ਤੁਰਨਾ ਚਾਹੀਦਾ ਹੈ। ਜੋ ਉਹ ਕਰ ਰਿਹਾ ਹੈ, ਜੋ ਉਹ ਦੇ ਰਿਹਾ ਹੈ, ਉਹਦੀ ਰਜ਼ਾ ਹੈ, ਉਹਦਾ ਭਾਣਾ ਹੈ,
ਉਸ ਨੂੰ ਸਿਰ ਮੱਥੇ ਤੇ ਕਬੂਲ ਕਰਨਾ ਹੀ ਸਤਿਗੁਰੂ ਕਹਿੰਦੇ ਸਿੱਖ ਦੀ ਨਿਸ਼ਾਨੀ ਹੈ। ਆਪਣਾ ਯਤਨ ਕਿਤੇ ਕੰਮ ਨਹੀਂ ਆਉਂਦਾ। ਅਸੀਂ ਕੇਵਲ ਯਤਨ ਕਰਦੇ ਹਾਂ, ਪਰ ਅਸਲੀ ਮੰਜ਼ਿਲ ਪਰਮਾਤਮਾ ਦੇ ਹੁਕਮ ਨਾਲ ਮਿਲਦੀ ਹੈ। ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਜੋੜੜੀ ਕਰਨੀ ਹੈ, ਆਪਣੀ ਕਿਰਤ ਵਿਰਤ ਧਰਮ ਦੀ ਕਰਦਿਆਂ ਹੋਇਆਂ ਪਰਿਪੂਰਨ ਪਰਮਾਤਮਾ ਦੀ ਰਜ਼ਾ ਤੇ ਭਾਣੇ ਦਾ ਆਨੰਦ ਮਾਣਨਾ ਹੈ। ਐਸਾ ਜੀਵਨ ਜਿਉਣ ਵਾਲੇ ਭਗਤ ਸਦੀਵ ਹੀ ਸੁਖੀ ਹੁੰਦੇ ਨੇ, ਉਹਨਾਂ ਨੂੰ ਫਿਰ ਕੋਈ ਵੀ ਦੁੱਖ ਨਹੀਂ ਪਾਉਂਦਾ। ਇਹ ਅੱਜ ਦਾ ਹੁਕਮਨਾਮਾ ਸਾਹਿਬ, ਜਿਸ ਦੀ ਵਿਚਾਰ ਸਤਿਗੁਰੂ ਕੀ ਕਿਰਪਾ ਨਾਲ ਕੀਤੀ ਗਈ ਹੈ। ਕਿਉਂਕਿ ਤੂਕ ਮਾਤਰ ਵਿਚਾਰ ਕਰੀਦੀ ਹੈ, ਡਿਟੇਲ ਬਹੁਤ ਲੰਬੀ ਹੋ ਜਾਂਦੀ ਹੈ, ਕਿਉਂਕਿ 20-25 ਮਿੰਟ ਦੀ ਕਲਿੱਪ ਤੋਂ ਜ਼ਿਆਦਾ ਅਸੀਂ ਹੁਕਮਨਾਮਾ ਸਾਹਿਬ ਦੀ ਨਹੀਂ ਰੱਖਦੇ। ਬੇਅੰਤ ਭੁੱਲਾਂ ਗਲਤੀਆਂ ਹੁੰਦੀਆਂ ਨੇ, ਆ ਬਖਸ਼ਣਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।